ਜਗਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਵਰੁਣ ਭੱਟ। ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰੋਫੈਸਰ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਸੀ, ਤਾਂ ਹੁਣ ਪੂਟਾ ਦੀਆਂ ਚੋਣਾਂ ਜਿਹੜੀਆਂ ਹਨ ਉਹ ਆਉਣ ਵਾਲੀਆਂ ਹਨ। ਉਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਨਵਾਂ ਪ੍ਰੋਫੈਸਰਾਂ ਦਾ ਫਰੰਟ ਬਣਿਆ ਹੈਗਾ ਤੇ ਕੁਝ ਇੱਕ ਪ੍ਰੋਫੈਸਰ ਸਾਡੇ ਨਾਲ ਮੌਜੂਦ ਨੇ। ਟੀਚਰਸ ਵੌਇਸ ਯੂਨਾਈਟਿਡ ਫਰੰਟ ਨਾਂ ਦਾ ਇੱਕ ਨਵੀਂ ਸੰਸਥਾ ਜਿਹੜੀ ਹੈਗੀ ਉਹ ਪ੍ਰੋਫੈਸਰਾਂ ਦੀ ਬਣੀ ਹੈ। ਕਿਹੜੀਆਂ ਮੰਗਾਂ ਨੇ, ਆਖਿਰ ਇਹ ਨਵਾਂ ਫਰੰਟ ਬਣਾਉਣ ਦੀ ਜ਼ਰੂਰਤ ਕਿਉਂ ਪੈ ਗਈ, ਤਾਂ ਇਸ ਬਾਬਤ ਗੱਲਬਾਤ ਕਰਾਂਗੇ। ਦੱਸ ਦਈਏ ਕਿ 5 ਅਕਤੂਬਰ ਨੂੰ ਪੂਟਾ ਦੀਆਂ ਜਿਹੜੀਆਂ ਹਨ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੀਆਂ ਜਿਹੜੀਆਂ ਚੋਣਾਂ ਹਨ ਉਹ ਹੋਣੀਆਂ ਹਨ, ਲੇਕਿਨ ਟੀਚਰਸ ਵੌਇਸ ਯੂਨਾਈਟਿਡ ਫਰੰਟ ਕਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ, ਆਖਿਰ ਤੀਜਾ ਧੜਾ ਯੂਨੀਵਰਸਿਟੀ ਦੇ ਵਿੱਚ ਬਣਾਉਣ ਦੀ ਲੋੜ ਕਿਉਂ ਪੈ ਗਈ। ਸਾਡੇ ਨਾਲ UBS ਵਿਭਾਗ ਤੋਂ ਪ੍ਰੋਫੈਸਰ ਕੁਲਵਿੰਦਰ ਸਿੰਘ ਹਨ, ਉਹਨਾਂ ਨਾਲ ਗੱਲਬਾਤ ਕਰਾਂਗੇ। ਪ੍ਰੋਫੈਸਰ ਸਾਹਿਬ, ਤੀਜਾ ਧੜਾ ਬਣਾਉਣ ਦੀ ਜ਼ਰੂਰਤ ਕਿਉਂ ਪੈ ਗਈ? ਜੀ ਵਰੁਣ ਜੀ, ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਯੂਨਾਈਟਿਡ ਟੀਚਰਸ ਵੌਇਸ ਯੂਨਾਈਟਿਡ ਫਰੰਟ ਦੀ ਜਿਹੜੀ ਇੰਟਰੋਡਕਸ਼ਨ ਹੋ ਰਹੀ ਆ ਉਹਨੂੰ ਲੋਕਾਂ ਦੇ ਸਾਹਮਣੇ ਲੈ ਕੇ ਆ ਰਹੇ ਹੋ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਯੂਨੀਵਰਸਿਟੀ ਦੀਆਂ ਆਮ ਕਮਿਊਨਿਟੀ ਦੀਆਂ ਟੀਚਰਸ ਕਮਿਊਨਿਟੀ ਦੀਆਂ ਜਿਹੜੀਆਂ ਮੰਗਾਂ ਨੇ ਉਹ ਬਹੁਤ ਲੰਬੇ ਸਮੇਂ ਤੋਂ ਅਣਗੌਲੀਆਂ ਕੀਤੀਆਂ ਜਾ ਰਹੀਆਂ ਨੇ, ਅਣਦੇਖੀਆਂ ਕੀਤੀਆਂ ਜਾ ਰਹੀਆਂ ਨੇ। ਜੇ ਅਸੀਂ ਲੈ ਕੇ ਚੱਲੀਏ ਕਿ ਸਾਡਾ ਜਿਹੜਾ 7ਵਾਂ ਪੇ ਕਮਿਸ਼ਨ ਸੀਗਾ ਉਹ ਸਾਨੂੰ 7 ਸਾਲ ਬਾਅਦ ਮਿਲਿਆ, ਉਹਦੇ ਲਈ ਅਸੀਂ ਸਿੱਧੇ ਤੌਰ 'ਤੇ ਜਿਹੜਾ ਜ਼ਿੰਮੇਵਾਰ ਮੰਨਦੇ ਹਾਂ। ਉਹ ਸਾਡੀ ਜਿਹੜੀ ਪੁਰਾਣੀ ਐਸੋਸੀਏਸ਼ਨਾਂ ਰਹੀਆਂ, ਚਾਹੇ ਉਹ ਪੀਫੈਕਟੋ ਲੈਵਲ 'ਤੇ ਰਿਹਾ, ਚਾਹੇ ਉਹ ਪੂਟਾ ਲੈਵਲ 'ਤੇ ਰਿਹਾ, ਕੋਈ ਵੀ ਡਾਇਨਾਮਿਜ਼ਮ ਨਹੀਂ ਕੀਤਾ ਗਿਆ, ਐਕਟਿਵਿਜ਼ਮ ਕੋਈ ਹੋਇਆ ਹੀ ਨਹੀਂ। ਅਤੇ ਉਹ ਕਾਫੀ ਲੰਬੇ ਸਮੇਂ ਸੰਘਰਸ਼ ਕੀਤਾ। ਫਿਰ ਜਦੋਂ ਕੁਝ ਯੰਗ ਟੀਚਰਸ ਨੇ, ਜਿਹਦੇ ਵਿੱਚ ਅਸੀਂ ਵੀ ਸ਼ਾਮਿਲ ਸੀਗੇ, ਅਸੀਂ ਇਕੱਠੇ ਹੋ ਕੇ ਰਾਤਾਂ ਨੂੰ ਮੋਬਿਲਾਈਜ਼ ਕੀਤਾ, ਲੋਕਾਂ ਨੂੰ ਬਾਹਰ ਕੱਢਿਆ ਘਰਾਂ 'ਚੋਂ, ਪ੍ਰੈਸ਼ਰ ਬਿਲਡ ਕੀਤਾ ਅਤੇ ਸਾਨੂੰ 7th ਪੇ ਕਮਿਸ਼ਨ ਮਿਲਿਆ। ਉਸ ਵੇਲੇ ਸਾਨੂੰ ਰਿਅਲਾਈਜ਼ ਹੋਇਆ ਕਿ ਜਿਹੜੀਆਂ ਐਗਜ਼ਿਸਟਿੰਗ ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਉਹ ਇੰਨੀਆਂ ਸક્ષਮ ਨਹੀਂ ਹੈਗੀਆਂ, ਉਹ ਇੰਨੀਆਂ ਸਮਰੱਥ ਨਹੀਂ ਹੈਗੀਆਂ ਕਿ ਉਹ ਸਾਡੀਆਂ ਮੰਗਾਂ ਨੂੰ ਸਰਕਾਰਾਂ ਅੱਗੇ ਜਾਂ ਅਥਾਰਟੀ ਅੱਗੇ ਰੱਖਣ ਅਤੇ ਉਹ ਪੂਰੀਆਂ ਹੋ ਜਾਣ। ਪਰ ਅਸੀਂ ਲਾਸਟ ਈਅਰ ਵੀ ਅਸੀਂ ਉਸ ਚੀਜ਼ ਨੂੰ ਇਗਨੋਰ ਕੀਤਾ ਕਿ ਨਹੀਂ, ਅਸੀਂ ਉਹਨਾਂ 'ਚ ਵਿਸ਼ਵਾਸ ਪੂਰਾ ਦਿਖਾਇਆ ਕਿ ਨਹੀਂ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਟੀਚਰਸ ਦੇ ਉਹ ਕੰਮ ਕਰਨਗੇ। ਅਸੀਂ ਪੂਰੀ ਸਪੋਰਟ ਦੇ ਨਾਲ ਪਿਛਲੀ ਵਾਰ ਵੀ ਅਸੀਂ ਜੋ ਸੁਪਿੰਦਰ ਨੌਰਾ ਟੀਮ ਸੀ ਉਹਨੂੰ ਅਸੀਂ ਪੂਰਾ ਬਹੁਮਤ ਦੇ ਕੇ ਅੱਗੇ ਲੈ ਕੇ ਆਂਦਾ, ਬਟ ਉਹ ਬਹੁਤ ਸਾਰੇ ਫਰੰਟਾਂ 'ਤੇ ਫਿਰ ਉਹ ਫੇਲ ਹੋਈ। ਜੋ ਵਾਅਦੇ ਕੀਤੇ ਗਏ, ਸਭ ਤੋਂ ਵੱਡਾ ਵਾਅਦਾ ਕੀਤਾ ਗਿਆ 7ਵੇਂ ਪੇ ਕਮਿਸ਼ਨ ਦੇ ਜਿਹੜੇ ਏਰੀਅਰ 7.5 ਸਾਲ ਤੋਂ ਪੈਂਡਿੰਗ ਨੇ, ਕੀਤਾ ਗਿਆ ਕਿ ਅਸੀਂ ਜਿਵੇਂ ਹੀ ਪਾਵਰ 'ਚ ਆਵਾਂਗੇ ਅਸੀਂ ਆਂਦੇ ਹੀ ਉਸ ਏਰੀਅਰ ਨੂੰ ਤੁਹਾਡੀਆਂ ਪਾਕਟਸ 'ਚ ਪਵਾ ਦਾਂਗੇ। ਪਰ ਜਿਵੇਂ ਹੀ ਟੀਮ ਪਾਵਰ 'ਚ ਆਉਂਦੀ ਹੈ ਤਾਂ ਟੀਮ ਬਿਲਕੁਲ ਐਬਸੈਂਟ ਹੋ ਜਾਂਦੀ ਹੈ। ਨਾ ਹੀ ਟੀਮ ਨੇ ਕੋਈ 7ਵੇਂ ਪੇ ਕਮਿਸ਼ਨ ਦੇ ਏਰੀਅਰ ਦੀ ਗੱਲ ਕੀਤੀ। ਟੀਚਰਸ ਦਾ ਜਿਹੜਾ ਕੈਸ਼ਲੈਸ ਟਰੀਟਮੈਂਟ ਫੈਸਿਲਿਟੀ ਸੀ ਜਿਹੜੀ ਸਾਡੀ 2020 ਤੱਕ ਚੱਲਦੀ ਸੀ, ਉਹ 'ਤੇ ਕੋਈ ਗੱਲ ਨਹੀਂ ਹੋਈ। ਕੰਟਰੈਕਟ ਟੀਚਰਸ ਨੂੰ ਰੈਗੂਲਰ ਕਰਨ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ 'ਤੇ ਕੋਈ ਗੱਲ ਨਹੀਂ ਹੋਈ। ਪੈਨਸ਼ਨ ਫਾਰ ਆਲ ਦੀ ਗੱਲ ਕੀਤੀ ਜਾ ਰਹੀ ਸੀ, ਨਵੀਂ ਓਲਡ ਪੈਨਸ਼ਨ ਸਕੀਮ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਕੋਈ ਗੱਲ ਨਹੀਂ ਹੋਈ। ਡਿਪਾਰਟਮੈਂਟ ਲੈਵਲ 'ਤੇ ਚੇਅਰਮੈਨ ਜਿਹੜੇ ਸਾਡੇ 70-80 ਡਿਪਾਰਟਮੈਂਟ ਨੇ, 56-7 ਡਿਪਾਰਟਮੈਂਟ ਨੇ ਅਤੇ ਨਾਲ ਸੈਂਟਰਸ ਐਂਡ ਆਲ ਅਦਰ ਥਿੰਗਸ ਨੇ, ਚੇਅਰਸ ਨੇ, ਉਹਨਾਂ ਚੇਅਰਮੈਨਸ ਨੂੰ ਉਹਨਾਂ ਦੇ ਡਾਇਰੈਕਟਰਸ ਨੂੰ ਇੰਨੀਆਂ ਸਮੱਸਿਆਵਾਂ ਆ ਰਹੀਆਂ ਨੇ। ਕੋਈ ਸਪੋਰਟ ਸਿਸਟਮ ਨਹੀਂ ਹੈ, PMs ਨਹੀਂ ਹੈ, ਹੋਰ ਇਨਫਰਾਸਟਰਕਚਰ ਉਹਨਾਂ ਨੂੰ ਕੰਮ ਕਰਨ ਲਈ ਨਹੀਂ ਹੈ। ਉਹਨਾਂ ਨੂੰ ਕਿਹਾ ਗਿਆ ਉਹ ਪ੍ਰੋਵਾਈਡ ਕਰਵਾਓ, ਉਸ 'ਤੇ ਵੀ ਕੋਈ ਕੰਮ ਨਹੀਂ ਹੋਇਆ। ਅਤੇ ਕੰਮ ਇਹ ਹੋਇਆ ਕਿ ਅਸੀਂ ਕਮੇਟੀਆਂ 'ਚ ਪੈ ਜਾਈਏ, ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਜਾਈਏ ਅਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਉਣ ਤੋਂ ਬਾਅਦ ਆਪਣੇ ਹਿੱਤਾਂ ਦੀ ਪੂਰਤੀ ਕਰੀਏ। ਅਤੇ ਅਸੀਂ ਬਿਲਕੁਲ ਹੀ ਹੈਰਾਨ ਉਸ ਵੇਲੇ ਰਹਿ ਗਏ, ਸਾਡੇ ਦੁੱਖ ਦਾ ਕੋਈ ਸੀਮਾ ਹੀ ਨਹੀਂ ਰਹੀ ਜਦੋਂ ਪੂਟਾ ਦੇ ਐਗਜ਼ੈਕਟਿਵ ਵਾਰਡਨ ਬਣ ਗਏ ਅਤੇ ਪੂਟਾ ਨੇ ਜਿਹੜੇ ਆਪਟ ਮੈਂਬਰ ਕੀਤੇ ਉਹ ਅਥਾਰਟੀ ਦੇ ਬੰਦੇ ਆਪਟ ਕੀਤੇ। ਅਤੇ ਆਪਣੇ ਜਿਹੜੇ ਹਿੱਤਾਂ ਦੇ ਲਈ ਜਦੋਂ ਕੰਮ ਕੀਤਾ ਜਾਣ ਲੱਗਿਆ ਤਾਂ ਸਾਨੂੰ ਬਿਲਕੁਲ ਯਕੀਨ ਹੋ ਗਿਆ ਕਿ ਇਸ ਵੇਲੇ ਜਿਹੜੀ ਟੀਚਰ ਕਮਿਊਨਿਟੀ ਉਹ ਬਿਲਕੁਲ ਅਨਾਥ ਹੋ ਚੁੱਕੀ ਹੈ ਅਤੇ ਸਾਨੂੰ ਅਲਟੀਮੇਟਲੀ ਆਉਣਾ ਪਏਗਾ। ਜੇ ਅਸੀਂ ਹੁਣ ਵੀ ਨਾ ਆਏ ਤਾਂ ਉਹਦੇ ਅਸੀਂ ਨਤੀਜੇ ਆਉਣ ਵਾਲੇ 20 ਸਾਲਾਂ 'ਚ ਝੱਲਾਂਗੇ। ਯੂਨੀਵਰਸਿਟੀ ਦੀ ਪੂਰੀ ਟੀਚਰ ਕਮਿਊਨਿਟੀ ਨਹੀਂ, ਯੂਨੀਵਰਸਿਟੀ ਹੀ ਨਿਗਾਰ ਵੱਲ ਜਾਏਗੀ। ਇਸ ਕਰਕੇ ਅਸੀਂ ਕੁਝ ਜੋ ਸਾਡੇ ਸੈਂਸਿਟਿਵ ਲੋਕ ਸੀਗੇ, ਇੰਟੈਲੈਕਚੁਅਲ ਲੋਕ ਸੀਗੇ, ਕਾਫੀ ਸੀਨੀਅਰ ਪ੍ਰੋਫੈਸਰ ਨੇ ਉਹਨਾਂ ਦੇ ਵਿੱਚ, ਸਰ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਸਾਡੇ ਨਾਲ ਆਪਣੇ ਪ੍ਰੋਫੈਸਰ ਅਸ਼ੋਕ ਜੀ ਨੇ ਜਿਹੜੇ ਇਸ ਵਾਰ ਪ੍ਰੈਜ਼ੀਡੈਂਟ ਤੌਰ 'ਤੇ ਪੂਟਾ ਚਾਹ ਰਹੇ ਨੇ, ਇਹਨਾਂ ਨਾਲ ਵੀ ਅਸੀਂ ਗੱਲ ਕੀਤੀ। ਇਹਨਾਂ ਨੂੰ ਵੀ ਲੱਗਿਆ ਕਿ ਨਹੀਂ, ਇਹ ਸੈਂਸਿਟਿਵ ਮੁੱਦੇ ਨੇ, ਅਸੀਂ ਖਤਰੇ 'ਚ ਹਾਂ।
ਤੇ ਇਸ ਕਰਕੇ ਸਾਨੂੰ ਇੱਕ ਨਵੇਂ ਗਰੁੱਪ ਨਵੀਂ ਟੀਮ ਲੈ ਕੇ, ਗਰੁੱਪ ਨਹੀਂ, ਇੱਕ ਨਵੀਂ ਟੀਮ ਲੈ ਕੇ ਸਾਨੂੰ ਮੈਦਾਨ 'ਚ ਆਉਣਾ ਚਾਹੀਦਾ। ਤੇ ਉਹ ਮੈਦਾਨ ਦੇ ਵਿੱਚ ਅਸੀਂ ਇਸ ਚੀਜ਼ ਨੂੰ ਲੈ ਕੇ ਆ ਰਹੇ ਹਾਂ ਕਿ ਅਸੀਂ ਕਿਸੇ ਵਿਅਕਤੀ ਨੂੰ ਪਰਸੋਨੀਫਿਕੇਸ਼ਨ ਨਹੀਂ ਉਹਦੀ ਕਰਨੀ, ਜਿਵੇਂ ਪਹਿਲਾਂ ਹੁੰਦੀ ਸੀ ਕਿ ਸੁਪਿੰਦਰ ਨੌਰਾ ਟੀਮ, ਨੀਰਜ ਟੀਮ ਐਂਡ ਮਤਲਬ ਜਿਹੜੇ ਵੀ ਸਾਡੇ ਅਧਿਕਾਰੀ ਹੁੰਦੇ ਸੀ, ਤੇ ਉਹ ਜਿਹੜੀਆਂ ਟੀਮਾਂ ਜਦੋਂ ਇੱਕ ਬੰਦੇ ਦੇ ਨਾਲ ਬਣਦੀਆਂ ਸੀ ਤਾਂ ਉਹਦੇ ਨਾਲ ਇੱਕ ਬੰਦੇ ਦੇ ਦੁਆਲੇ ਹੀ ਸਭ ਕੁਝ ਘੁੰਮਦਾ ਸੀ, ਤੇ ਉਹ ਬੰਦਾ ਫਿਰ ਪਾਵਰ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਆਪਣੀ ਜਿਹੜੀ ਸੈਂਸਿਟੀਵਿਟੀ ਉਹਨੂੰ ਗਵਾ ਲੈਂਦਾ ਸੀ ਕਮਿਊਨਿਟੀ ਪ੍ਰਤੀ, ਉਹ ਕੋਈ ਵੀ ਕੰਮ ਨਹੀਂ ਸੀ ਹੁੰਦਾ। ਅਸੀਂ ਇਸ ਵਾਰੀ ਟੀਚਰਸ ਵਾਈਸ ਯੂਨਾਈਟਿਡ ਫਰੰਟ ਲੈ ਕੇ ਆ ਰਹੇ ਹਾਂ। ਉਹਦੀ ਜਿਹੜੀ ਇਸ ਵਾਰ ਲੀਡਰਸ਼ਿਪ ਪ੍ਰੋਫੈਸਰ ਅਸ਼ੋਕ ਜੀ ਨੇ ਉਹਨਾਂ ਦੇ ਹੱਥ ਦੇ ਵਿੱਚ ਅਸੀਂ ਦਿੱਤੀ ਹੈ। ਇਹ ਕੰਸੈਂਸਸ ਹੋਇਆ, ਬੜੀ ਡੈਮੋਕ੍ਰੈਟਿਕਲੀ ਸਾਡਾ ਡਿਸੀਜਨ ਹੋਇਆ ਕਿ ਸਰ ਪ੍ਰੈਜ਼ੀਡੈਂਟ ਬਣਨਗੇ, ਮੈਨੂੰ ਐਜ਼ ਆ ਸੈਕਟਰੀ ਪੂਟਾ ਦੇ ਵਿੱਚ ਚੋਣਾਂ ਦੇ ਵਿੱਚ ਆਉਣ ਦਾ ਜਿਹੜਾ ਜ਼ਿੰਮੇਵਾਰੀ ਦਿੱਤੀ ਗਈ ਆ। ਡਾਕਟਰ ਹਰਮੇਲ ਜੀ ਨੇ ਯੂਸੋਲ ਡਿਪਾਰਟਮੈਂਟ ਤੋਂ ਇਹ ਐਜ਼ ਆ ਵਾਈਸ ਪ੍ਰੈਜ਼ੀਡੈਂਟ ਆ ਰਹੇ ਨੇ। ਡਾਕਟਰ ਜਗਤ ਜੀ ਜੁਆਇੰਟ ਸੈਕਟਰੀ ਟਰੈਜ਼ਰਰ ਦੇ ਤੌਰ ਤੇ ਆ ਰਹੇ ਨੇ, ਤੇ ਡਾਕਟਰ ਵਿਨੋਦ ਕੁਮਾਰ ਨੇ ਸੋਸ਼ੀਓਲੋਜੀ ਤੋਂ, ਉਹ ਐਜ਼ ਆ ਜੁਆਇੰਟ ਸੈਕਟਰੀ ਆ ਰਹੇ ਨੇ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਅਸੀਂ ਸਾਰੀਆਂ ਦੇਖੀਆਂ, ਉਹਨਾਂ ਸਮੱਸਿਆ ਨੂੰ ਜਦੋਂ ਸਾਨੂੰ ਲੱਗਿਆ ਕਿ ਟੀਚਰਸ ਦੀ ਵਾਇਸ ਕਿਤੇ ਵੀ, ਟੀਚਰ ਦੀ ਵਾਇਸ ਨੂੰ ਕਿਤੇ ਸੁਣਿਆ ਹੀ ਨਹੀਂ ਜਾ ਰਿਹਾ, ਤੇ ਸਾਲਾਂ ਤੋਂ ਉਹ ਅਣਦੇਖੀ ਕੀਤੀ ਜਾ ਰਹੀ ਹੈ, ਅਣਸੁਣੀ ਕੀਤੀ ਜਾ ਰਹੀ ਹੈ, ਫਿਰ ਅਸੀਂ ਉਹਦਾ ਨੋਟ ਲੈ ਕੇ ਸਾਡੇ ਸੀਨੀਅਰਸ ਨਾਲ ਗੱਲ ਕੀਤੀ, ਸੈਂਸਿਟਿਵ ਇੰਟੈਲੈਕਚੁਅਲ ਦੇ ਨਾਲ ਗੱਲ ਕੀਤੀ, ਤੇ ਉਹਨਾਂ ਨੂੰ ਸਾਰਿਆਂ ਦਾ ਸਾਥ ਲੈ ਕੇ ਅਸੀਂ ਇੱਕ ਫਰੰਟ ਦੇ ਤੌਰ ਤੇ ਇਸ ਵਾਰ ਪੂਟਾ ਦੇ ਮੈਦਾਨ 'ਚ ਆ ਰਹੇ ਹਾਂ। ਡਾਕਟਰ ਸਾਹਿਬ, ਜਿਵੇਂ ਹੋਰ ਧੜੇਬੰਦੀਆਂ ਦਾ ਨਾਮ ਵੀ ਜਿਹੜਾ ਹੈਗਾ ਪ੍ਰੋਫੈਸਰ ਸਾਹਿਬ ਨੇ ਜ਼ਿਕਰ ਕੀਤਾ, ਜੇ ਮੈਂ ਕੇਸ਼ਵ ਮਲਹੋਤਰਾ, ਨਵਦੀਪ ਗੋਇਲ, ਇਹ ਧੜਿਆਂ ਦੀ ਗੱਲ ਕਰਾਂ, ਮਤਲਬ ਇਹਨਾਂ ਤੋਂ ਵੱਖਰਾ ਕਿਸ ਤਰੀਕੇ ਦਾ ਸਾਥ ਜਿਹੜਾ ਹੈਗਾ ਤੁਹਾਨੂੰ ਤੁਹਾਡੇ ਸਾਥੀਆਂ ਦਾ ਮਿਲ ਰਿਹਾ ਜਿਹੜੇ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਪੜ੍ਹਾ ਰਹੇ ਨੇ, ਤੇ ਮੁਸ਼ਕਿਲਾਂ ਕਾਫੀ ਇਹਨਾਂ ਨੇ ਦੱਸ ਦਿੱਤੀਆਂ ਹੈਗੀਆਂ, ਕੀ ਕੁਝ ਪਲੈਨਿੰਗ ਫਿਰ ਤੁਹਾਡੀ ਉਹਨਾਂ ਨਾਲੋਂ ਵੱਖਰੀ ਰਹੇਗੀ? ਬਿਲਕੁਲ ਜੀ, ਜਦ ਅਸੀਂ ਸਾਡੀ ਟੀਚਰ ਕਮਿਊਨਿਟੀ ਨਾਲ ਗੱਲਬਾਤ ਕਰ ਰਹੇ ਹਾਂ ਇਸ ਮੁੱਦੇ ਨੂੰ ਲੈ ਕੇ, ਅਸੀਂ ਟੀਮ ਨੂੰ ਬਣਾਉਣ ਤੋਂ ਪਹਿਲਾਂ ਵੀ ਅਸੀਂ ਕਮਿਊਨਿਟੀ ਨਾਲ ਬਹੁਤ ਸਲਾਹ ਮਸ਼ਵਰਾ ਕੀਤਾ, ਤਾਂ ਟੀਚਰਸ ਦੀਆਂ ਬਹੁਤ ਸਾਰੀ ਗ੍ਰਾਈਵੈਂਸਿਸ ਸੀ ਜਿਨ੍ਹਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਯੂਨੀਵਰਸਿਟੀ ਪ੍ਰਸ਼ਾਸਨ ਕਹਿ ਲਓ ਜਾਂ ਉਹਦੇ ਵਿੱਚ ਜੋ ਸਾਡੀ ਪੂਟਾ ਦੇ ਰਿਪਰੈਜ਼ੈਂਟੇਟਿਵ ਸੀਗੇ, ਉਹ ਸਹੀ ਤਰੀਕੇ ਨਾਲ ਹੱਲ ਨਹੀਂ ਕਰ ਰਹੇ। ਇਸ ਕਰਕੇ ਲੋਕਾਂ ਦੇ ਵਿੱਚ, ਟੀਚਰਸ ਦੇ ਵਿੱਚ ਇੱਕ ਤਰ੍ਹਾਂ ਦੀ ਰੈਜ਼ਿਸਟੈਂਸ ਹੈ। ਮਤਲਬ ਜੇ ਪੰਜਾਬੀ 'ਚ ਕਹੀਏ, ਲੋਕ ਭਰੇ ਹੋਏ ਨੇ, ਮਤਲਬ ਉਹਨਾਂ ਦੇ ਵਿੱਚ ਗੁੱਸਾ ਹੈ ਕਿ ਕਿਸ ਤਰ੍ਹਾਂ ਸਾਨੂੰ ਇੱਕ ਤਰ੍ਹਾਂ ਨਾਲ ਅਨਾਥ ਦੀ ਤਰ੍ਹਾਂ ਛੱਡ ਦਿੱਤਾ ਗਿਆ ਪੁਰਾਣੀ ਟੀਮ ਵੱਲੋਂ। ਟੀਚਰ ਦੇ ਬਹੁਤ ਸਾਰੇ ਪਰਸਨਲ, ਟੀਚਰ ਦੇ ਆਪਸ ਵਿੱਚ ਦੀ, ਟੀਚਰ ਦੇ ਸਟੂਡੈਂਟਸ ਨਾਲ, ਟੀਚਰ ਦੇ ਅਥਾਰਟੀਜ਼ ਨਾਲ ਬਹੁਤ ਸਾਰੇ ਮਸਲੇ ਪੈਂਡਿੰਗ ਨੇ, ਜਿਨ੍ਹਾਂ ਕਰਕੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਵੀ ਉਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਬਹੁਤ ਅਸਰ ਹੋ ਰਿਹਾ ਹੈ। ਜਿਸ ਕਰਕੇ ਉਹ ਆਪਣੀ ਅਕੈਡਮਿਕਸ ਪ੍ਰੋਪਰ ਤਰੀਕੇ ਨਾਲ ਕਰ ਨਹੀਂ ਪਾ ਰਹੇ, ਉਹਨਾਂ ਦੇ ਉੱਤੇ ਬਾਹਰੀ ਦਬਾਅ ਬਹੁਤ ਸਾਰੇ ਸਿਰਜ ਦਿੱਤੇ ਗਏ ਨੇ। ਤਾਂ ਸਾਰੀ ਕਮਿਊਨਿਟੀ ਇੱਕ ਤਰ੍ਹਾਂ ਨਾਲ ਮਾਨਸਿਕ ਦਬਾਅ ਦੇ ਵਿੱਚ ਗੁਜ਼ਰ ਰਹੀ ਹੈ। ਤਾਂ ਉਸ ਦਬਾਅ ਨੂੰ ਦੂਰ ਕਰਨ ਦੇ ਲਈ ਇੱਕ ਇਸ ਤਰ੍ਹਾਂ ਦੇ ਜ਼ਿੰਮੇਵਾਰ ਲੋਕਾਂ ਦਾ ਉਹਨਾਂ ਨੇ ਇੱਕ ਗਰੁੱਪ ਬਣਾਉਣ ਦੀ ਸਾਨੂੰ ਸਲਾਹ ਦਿੱਤੀ। ਉਸ ਸਲਾਹ ਦੇ ਉੱਤੇ ਅਸੀਂ ਪ੍ਰੋਫੈਸਰ ਅਸ਼ੋਕ ਜੀ ਦੀ ਅਗਵਾਈ ਦੇ ਵਿੱਚ ਜਾਂ ਸਾਡੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਅਸੀਂ ਇਸ ਗਰੁੱਪ ਦੇ ਨਾਂ 'ਤੇ ਇੱਕ ਨਵਾਂ ਧੜਾ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਅਸੀਂ ਉਹਨਾਂ ਜਿਹੜੇ ਪੈਂਡਿੰਗ ਮਸਲੇ ਨੇ ਸਾਡੇ ਟੀਚਰ ਕਮਿਊਨਿਟੀ ਦੇ, ਉਹਨਾਂ ਨੂੰ ਹੱਲ ਕਰਵਾ ਸਕੀਏ। ਵੋਟਾਂ ਬਹੁਤ ਜ਼ਿਆਦਾ ਨੇ, ਤੇ ਤੁਹਾਡੇ ਨਾਲ ਕਿਸ ਤਰੀਕੇ ਦੇ ਸਾਥੀ, ਰਿਸਪੌਂਸ ਕਿਸ ਤਰੀਕੇ ਦਾ ਹੈਗਾ ਕਿ ਜਿਹੜੀ ਤੁਹਾਡੀ ਟੀਮ ਹੈਗੀ ਹੈ, ਚਲੋ ਨਵੀਂ ਸ਼ੁਰੂਆਤ ਹੈਗੀ ਆ, ਹੌਲੀ ਹੌਲੀ ਜੁੜਨਗੇ ਬਾਕੀ ਵੀ, ਪਰ ਕਿਸ ਤਰੀਕੇ ਦਾ ਰਿਸਪੌਂਸ ਹੈਗਾ ਬਾਕੀ ਪ੍ਰੋਫੈਸਰ? ਸਾਡੇ ਦੇਖੋ ਜੀ, ਬੜਾ ਚੰਗਾ ਰਿਸਪੌਂਸ ਸਾਨੂੰ ਮਿਲ ਰਿਹਾ ਹੈ। ਸਾਡੇ 'ਤੇ ਕਈ ਵਾਰੀ ਦੋਸ਼ ਲਾਇਆ ਜਾਂਦਾ ਵੀ ਇਹ ਜੰਗ ਨੇ, ਇਹਨਾਂ ਨੂੰ ਐਕਸਪੀਰੀਅੰਸ ਨਹੀਂ, ਇਸ ਸਿਸਟਮ ਬਾਰੇ ਜਾਣਕਾਰੀ ਨਹੀਂ, ਪਰ ਜਦੋਂ ਅਸੀਂ ਪੁਰਾਣੇ ਚੇਅਰਪਰਸਨਸ ਜਾਂ ਜੋ ਪ੍ਰੈਜ਼ੈਂਟ ਚੇਅਰਪਰਸਨ ਨੇ ਸਾਡੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਬੜੀ ਮੰਦਭਾਗੀਆਂ ਗੱਲਾਂ ਸਾਡੇ ਸਾਹਮਣੇ ਆਈਆਂ। ਜਿਹੜੇ ਬਹੁਤ ਛੋਟੇ ਡਿਪਾਰਟਮੈਂਟ ਨੇ, ਉੱਥੇ ਸਿੰਗਲ ਪ੍ਰੋਫੈਸਰ ਜਾਂ ਸਿੰਗਲ ਚੇਅਰਪਰਸਨ ਸਾਰੇ ਕੰਮ ਪੀਐਨ ਤੋਂ ਲੈ ਕੇ ਉੱਪਰ ਤੱਕ ਦੇ ਸਾਰੇ ਅਥਾਰਟੀ ਦੇ ਸਾਰੇ ਕੰਮ ਉਹਨਾਂ ਨੂੰ ਕਰਨੇ ਪੈ ਰਹੇ ਨੇ। ਤਾਂ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਬਣਦੀ ਹੈ, ਐਡਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ, ਤੇ ਉਹਦੇ ਲਈ ਸਾਨੂੰ ਸਪੋਰਟਿੰਗ ਸਟਾਫ ਸਾਡੇ 'ਤੇ ਬਹੁਤ ਘਾਟ ਹੈ। ਸਾਡੇ ਟੀਚਰਾਂ ਦੇ ਉੱਤੇ ਵਰਕਲੋਡ ਬਹੁਤ ਜ਼ਿਆਦਾ ਹੈ। ਪਿਛਲੇ ਕਈ ਸਾਲਾਂ ਦੇ ਤੋਂ ਸਾਡੇ ਭਰਤੀਆਂ ਨਹੀਂ ਹੋ ਰਹੀਆਂ ਟੀਚਰਸ ਦੀਆਂ, ਅਤੇ ਮਤਲਬ ਇੱਕ ਇੱਕ ਟੀਚਰ ਨੂੰ ਕਈ ਜਣਿਆਂ ਦਾ ਕੰਮ ਕਰਨਾ ਪੈ ਰਿਹਾ ਹੈ।
ਤੁਸੀਂ ਦੇਖੋ ਪੰਜਾਬ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਹੋਰ ਥਾਂ ਵੀ ਬਹੁਤ ਬੁਰਾ ਹਾਲ ਹੈ, ਪਰ ਟੀਚਰਾਂ ਦੇ ਉੱਤੇ ਕੰਮ ਦਾ ਬਹੁਤ ਜ਼ਿਆਦਾ ਦਬਾਅ ਹੈ। ਇਸ ਕਰਕੇ ਸਾਡੀ ਮੰਗ ਇਹ ਹੈ ਕਿ ਯੂਨੀਵਰਸਿਟੀ ਦੇ ਵਿੱਚ ਨਵੀਆਂ ਭਰਤੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ ਤਾਂ ਕਿ ਟੀਚਰਾਂ ਦਾ ਵਰਕਲੋਡ ਵੀ ਘਟੇ ਤੇ ਉਹਨਾਂ ਲਈ ਜਿਹੜਾ ਸਪੋਰਟਿੰਗ ਸਟਾਫ ਹੈ ਉਹਦੀ ਵੀ ਪੂਰਤੀ ਕੀਤੀ ਜਾਵੇ। ਇਸ ਕਰਕੇ ਇਕੱਲੇ ਜੰਗ ਦਾ ਮਸਲਾ ਨਹੀਂ, ਉੱਪਰ ਚੇਅਰਪਰਸਨ ਤੋਂ ਲੈ ਕੇ ਜਿਹੜੇ ਕਿ ਸਾਡੀ ਟੀਚਿੰਗ ਕਮਿਊਨਿਟੀ 'ਚ ਹੀ ਹੁੰਦੇ ਨੇ, ਉਹਨਾਂ ਦੇ ਸਾਡੇ ਟੀਚਰਾਂ ਨਾਲ ਜਿਹੜੇ ਰਿਲੇਸ਼ਨ ਦੇ ਵਿੱਚ ਵੀ ਬਹੁਤ ਗਿਰਾਵਟ ਆ ਰਹੀ ਹੈ। ਤਾਂ ਇਸ ਕਰਕੇ ਸਾਡੀ ਮੰਗਾਂ, ਸਾਡੇ ਸੀਨੀਅਰ ਟੀਚਰਸ ਨੂੰ ਅਸੀਂ ਨਾਲ ਲੈ ਕੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਅਸੀਂ ਇਸ ਟੀਮ ਨੂੰ ਲੈ ਕੇ ਚੱਲੇ ਹਾਂ। ਹਾਂ, ਯੰਗ ਟੀਚਰ ਜਿਹੜੇ ਨਵੇਂ ਟੀਚਰਸ ਨੇ, ਜੇ ਉਹਨਾਂ ਨਾਲ ਜੋ ਸਮੱਸਿਆਵਾਂ ਆ ਰਹੀਆਂ ਨੇ, ਅਸੀਂ ਉਹਨਾਂ ਨੂੰ ਵੀ ਤਰਜੀਹ ਦੇ ਆਧਾਰ ਤੇ ਉਠਾਵਾਂਗੇ। ਜੀ ਸਰ, ਜਿਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਯੰਗ ਪ੍ਰੋਫੈਸਰ ਹੈਗੇ ਆ, ਟੀਮ ਨਵੀਂ ਹੈਗੀ ਆ, ਤਾਂ ਜਿਹੜੇ ਸੀਨੀਅਰ ਨੇ ਉਹਨਾਂ ਦਾ ਕੁਝ ਮਾਈਂਡਸੈਟ ਹੋਰ ਤਰੀਕੇ ਦਾ ਹੈਗਾ। ਇਸ ਵੇਲੇ ਯੂ ਸੋਲ ਦੇ ਵਿੱਚ ਖੜੇ ਹੈਗੇ ਆ ਆਪਾਂ, ਕਿਸ ਤਰੀਕੇ ਦਾ ਜਿਹੜਾ ਹੈਗਾ ਸਹਿਯੋਗ ਇੱਥੇ ਤੁਹਾਨੂੰ ਮਿਲ ਰਿਹਾ ਹੈਗਾ, ਤੇ ਜਿਹੜੇ ਸੀਨੀਅਰਸ ਨੇ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਕਾਫੀ ਲੰਬਾ ਅਰਸਾ ਹੋ ਗਿਆ ਹੈਗਾ, ਉਹਨਾਂ ਦੀ ਕਾਰਗੁਜ਼ਾਰੀ ਵੀ ਤੁਸੀਂ ਦੇਖ ਰਹੇ ਹੈਗੇ ਹੋ ਕਿ ਕਿਸ ਤਰੀਕੇ ਦਾ ਫਿਰ ਹੁਣ ਚੇਂਜ ਜਿਹੜਾ ਹੈਗਾ ਤੁਸੀਂ ਲਿਆਓਗੇ, ਕਿਉਂਕਿ ਕਾਫੀ ਚੀਜ਼ਾਂ ਹੁੰਦੀਆਂ ਹੈਗੀਆਂ ਕੈਂਪਸ ਦੇ ਵਿੱਚ, ਕਈ ਖਬਰਾਂ ਬਾਹਰ ਆਉਂਦੀਆਂ ਹੈਗੀਆਂ ਨੇ, ਕਦੀ ਕੁਝ ਹੋ ਗਿਆ, ਕਿਸੇ ਤੇ ਐਲੀਗੇਸ਼ਨ ਲੱਗ ਗਿਆ, ਜਾਂ ਡਿਪਾਰਟਮੈਂਟਲ ਜਾਂ ਕਦੀ ਐਡਮਿਨਿਸਟ੍ਰੇਸ਼ਨ ਲੈਵਲ ਤੇ ਕੁਝ ਹੋ ਗਿਆ ਹੈਗਾ। ਇਹ ਸਾਰੀਆਂ ਚੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਟੀਮ ਜਿਹੜੀ ਹੈਗੀ ਮਜ਼ਬੂਤ ਕਰੋ? देखो सर, हम तो ये कहेंगे कि हमें बहुत सारा काम तो जो है हम कर चुके हैं। जहाँ तक हमारे सीनियर प्रोफेसर्स की बात है, इस फ्रंट के बनने से पहले पिछले 4 महीने में हम इस यूनिवर्सिटी में कोई 50 के लगभग सीनियर मोस्ट प्रोफेसर्स के साथ यूनिवर्सिटी में कम्युनिटी की स्थिति, यूनिवर्सिटी इंफ्रास्ट्रक्चर को लेके जो शिकायतें, जो दिक्कतें हैं, उनसे सभी से काफ़ी लंबी वार्ताएं हमारी हुई पर्सनल लेवल पे, और किसी भी सीनियर प्रोफेसर ने इस बात को डिनाई नहीं किया कि ज़रूरत फ्रंट की नहीं है। तो इंटर डिपार्टमेंटल और आपस के जो इश्यूज़ हैं उनको रिज़ॉल्व करने के प्रति भी उनकी एक चिंता जो थी वो हमारे तक पहुंची। उन्होंने भी हमें यही सवाल पूछा जो आपने कि कैसे करोगे इसको। तो मैं तो एक ही बात कहता हूँ, यहाँ अंदर भी हमारी जब बात हमारी आज यूसोल में जो हमारे सारे साथी टीचर्स हैं उनके साथ हुई कि जब हम टीम बनाने के लिए निकलते हैं तो यहाँ प्रभाव जो है वो उसका प्रयोग किया जाता है। होया मतलब प्रभाव दा खुले तौर पे प्रयोग हुआ, लेकिन मैं ये मानता हूँ कि हमारे जो सीनियर साथी हैं और जो हमारे असिस्टेंट प्रोफेसर्स हैं वो सच्चाई को इतना नज़दीक से अब जान चुके हैं कि चेंज जो है वो इनेविटेबल हो चुका है। समय जो है वो बहुत बड़ी चीज़ होती है, और मुझे लगता है कि शायद ये समय है जिसने हमें ये जिम्मेवारी दी, और ये सवाल हमारे सामने आया। ये सवाल हमारे सामने पिछले साल भी आया था। हमें कुछ प्रभावों के अनुसार कुछ सीनियर टीचर्स ने कहा कि अब आप लोगों ने 7वें पे आयोग का जो एजिटेशन चला उसको आप लोगों ने बहुत अच्छे से ऑर्गेनाइज़ किया और उस एजिटेशन को मुकाम तक पहुंचाया, तो आप लोग अब पुट्टा में आने के लिए तैयार हो। हमें उस वक्त लगा कि नहीं, हमारा जो फ़र्ज़ था एज़ यंग टीचर्स वो हमने निभाया है, और हम अपनी जो लीडर्स हैं उनके साथ ही काम करेंगे। जब भी आप आवाज़ दोगे, जब पुट्टा आवाज़ देगी, तो कम्युनिटी के जो मेंबर्स हैं वो उनकी आवाज़ पे पहुंचेंगे। लेकिन पिछले साल जब हमने आवाज़ दी एज़ मेंबर्स तो पुट्टा नहीं पहुंची। तो ये जो म्यूचुअल कॉरेस्पॉन्डेंस और जो रिलेशन था एक दूसरे के साथ रीइंफोर्समेंट का, कि पुट्टा को कम्युनिटी रीइंफोर्स करती है और कम्युनिटी को पुट्टा रीइंफोर्स करती है। तो अगर आप, मेरा तो सिंपल सा मानना है कि ग्रामीण परिवार से आते हैं और कि घर में जो गाय भैंस होती है वो दूध तो ज़रूर देती हैं, पर उनको चारा भी प्रोवाइड कराना पड़ता है। इन्होंने क्या किया है, हमें जो लगता है कि पिछले 10, 12, 15 साल जैसे भी जो काम करने वाले लोग थे उन्होंने काम किया, लेकिन एक शेर की जो पिक्चर होती है, एक इमेज होती है कि ये हमारा प्रोटेक्टिव मैकेनिज़्म है पुट्टा, उसको कुछ लोगों ने बकरी बना के अपने आंगन में बांधने का काम किया है। और इस वजह से जो प्रभाव यूज़ हो पाया, कुछ साथियों ने हमें हाँ किया कि आपके साथ चुनावी मुहिम में हम आएंगे, लेकिन अंतिम मौके पर उनके ऊपर कुछ दबाव बनाए गए और वो नहीं आ पाए। कौन ने ये लोग, उन्होंने नाम लेना चाहूँगा? नाम तो हम नहीं लेना चाहेंगे, मेरा ही नाम आप उसमें ले सकते हो कि प्रभाव डायरेक्ट और इनडायरेक्ट सारे तरीके के होते हैं। आपको कोई क्रॉस कर दे, आपको कोई बात इनडायरेक्टली कह दे,
वो सारी चीज़ें चलती हैं और वो राजनीति में चलती ही हैं, वो कोई नई चीज़ नहीं है, सिर्फ यहाँ पे नहीं। लेकिन फिर भी मुझे मालूम है कि वो साथी जिन पे प्रभाव बनाया गया, जिनको रोका गया, लेकिन हम खुश हैं कि जो क्षण के चीज़ आई है वो 7 लोगों की चीज़ आई है, और जिन लोगों के ऊपर अब की बार प्रभाव सक्षम रूप से वो कर पाए, वो लोग भी हमें चाहते हैं कि हम आएँ भीतर खाते, वो भी ये चाहते हैं कि चेंज आए और वो इसमें समर्थन करेंगे हमारा, और अगली बार वो सामने आएंगे, क्योंकि जो विश्वास तोड़ा गया है पूटा के द्वारा टीचर्स का, उस विश्वास को ठीक होने में समय लगेगा। उन्हें कुछ ज़्यादा चोट लगी हैं, हमें कुछ कम लगी थी, तो उनकी चोट अगले साल तक उभर जाएगी और पूटा उसमें पूरा एक मलहम लगाने का जो काम है वो करेंगे। ये हमने बीड़ा उठा लिया है और इसमें हमारे ऊपर कोई प्रभाव काम नहीं कर रहा। पूरी कम्युनिटी हमारे साथ है। चुनावी राजनीति में हम कितने पारंगत हैं वो समय बताएगा। ਬਹੁਤ ਸ਼ੁਕਰੀਆ। ਤਾਂ ਇਹ ਸਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ। ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਇਸ ਵਾਰ ਪੂਟਾ ਦੀ ਚੋਣ ਹੋਣੀ ਹੈਗੀ ਉਸ ਦੇ ਵਿੱਚ ਤੀਜਾ ਫਰੰਟ ਜਿਹੜਾ ਹੈਗਾ ਉਸ ਨੂੰ ਸਮਰਥਨ ਮਿਲ ਰਿਹਾ ਹੈਗਾ। ਟੀਚਰਸ ਵੌਇਸ ਯੂਨਾਈਟਿਡ ਫਰੰਟ ਨਾਂ ਦਾ ਤੀਸਰਾ ਧੜਾ ਜਿਹੜਾ ਹੈਗਾ ਹੁਣ ਕੈਂਪਸ ਦੇ ਵਿੱਚ ਬਣ ਚੁੱਕਿਆ ਹੈਗਾ। ਤਾਂ ਵੇਖਣਾ ਹੋਵੇਗਾ ਕਿ ਇਸ ਤੀਜੇ ਫਰੰਟ ਨੂੰ ਕਿੰਨੇ ਕੁ ਪ੍ਰੋਫੈਸਰ ਜਿਹੜਾ ਹੈਗਾ ਸਾਥ ਦਿੰਦੇ ਹਨ। ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਲਈ ਵਰੁਣ ਭੱਟ।